ਅਸੀਂ ਸੇਵਾ ਸੰਭਾਲ ਵਾਸਤੇ ਲੜਾਈ ਲੜੀ ਆ ਤੇ ਸੇਵਾ ਸੰਭਾਲ ਕਰਾਂਗੇ। ਸਗੋਂ ਬਾਦਲਾਂ ਦਾ ਕਬਜ਼ਾ ਅਸੀਂ ਤੜਾਇਆ ਵਾ, ਉਹਨਾਂ ਦੀ ਗੁਲਾਮੀ ਤੋਂ ਆਜ਼ਾਦ ਕਰਾ ਦਿੱਤਾ। ਆਉਂਦੇ ਸੀ ਹਰਿਆਣਾ 'ਚ, ਕਦੇ ਕਿਸ ਪਾਰਟੀ ਨੂੰ ਵੇਚ ਕੇ ਚਲੇ ਜਾਂਦੇ, ਕਦੇ ਕਿਸ ਪਾਰਟੀ ਨੂੰ ਸੌਦਾ ਕਰਕੇ ਚਲੇ ਜਾਂਦੇ ਸੀ। ਤੇ ਸ਼੍ਰੋਮਣੀ ਕਮੇਟੀ ਦੇ ਜਿਹੜੀ ਰਿਟ ਸੀ ਉਹਨੂੰ ਖਾਰਜ ਕਰਕੇ ਤੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹੱਕ ਵਿੱਚ ਮਾਨਯੋਗ ਸੁਪਰੀਮ ਕੋਰਟ ਨੇ ਫੈਸਲਾ ਦਿੱਤਾ ਵਾ। ਪੰਜਾਬ ਸਰਕਾਰ ਦਾ ਵੀ ਧੰਨਵਾਦ ਕਰਦੇ ਮੁੱਖ ਮੰਤਰੀ ਭਗਵੰਤ ਮਾਨ, ਜਿਨ੍ਹਾਂ ਨੇ ਸਾਡੇ ਹਰਿਆਣਾ ਕਮੇਟੀ ਦੇ ਹੱਕ ਵਿੱਚ ਲਿਖਤੀ ਜਿਹੜਾ ਕਮੈਂਟ ਆ ਸੁਪਰੀਮ ਕੋਰਟ ਨੂੰ ਦਿੱਤੇ। ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਵੱਡਾ ਬਿਆਨ ਦਿੱਤਾ। ਉਨ੍ਹਾਂ ਕਿਹਾ ਕਿ ਹਰਿਆਣਾ ਦੇ ਸਿੱਖਾਂ ਨੂੰ ਬਾਦਲਾਂ ਤੋਂ ਆਜ਼ਾਦੀ ਮਿਲ ਗਈ ਹੈ। ਦਾਦੂਵਾਲ ਨੇ ਸੁਪਰੀਮ ਕੋਰਟ ਵੱਲੋਂ ਹਰਿਆਣਾ ਦੇ ਗੁਰਦੁਆਰਾ ਦਾ ਪ੍ਰਬੰਧ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸੌਂਪਣ ਦੇ ਫੈਸਲੇ ਤੇ ਇਹ ਟਿੱਪਣੀ ਕੀਤੀ। ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਦਾ ਫੈਸਲਾ ਸਾਡੇ ਹੱਕ ਵਿੱਚ ਹੈ। ਇਹ ਗੱਲ ਉਨ੍ਹਾਂ ਮੀਡੀਆ ਨਾਲ ਗੱਲਬਾਤ ਦੌਰਾਨ ਆਖੀ ਹੈ। ਬਿਲਕੁਲ ਸਹੀ ਬਣਿਆ ਤੇ ਇਹਦਾ ਹਰਿਆਣਾ ਕਮੇਟੀ ਦਾ ਸਹੀ ਗਠਨ ਜਿਹੜਾ ਉਹ ਹੋਇਆ ਵਾ। ਮਾਨਯੋਗ ਸੁਪਰੀਮ ਕੋਰਟ ਦਾ ਫੈਸਲਾ ਆਉਣ ਤੋਂ ਬਾਅਦ ਹਰਿਆਣਾ ਕਮੇਟੀ ਦੇ ਹੱਕ 'ਚ ਹਰਿਆਣੇ ਦੀਆਂ ਸੰਗਤਾਂ ਵਿੱਚ ਖੁਸ਼ੀ ਦੀ ਲਹਿਰ ਆ, ਪੂਰੇ ਸੰਸਾਰ ਵਿੱਚ ਸੰਗਤਾਂ 'ਚ ਖੁਸ਼ੀ ਦੀ ਲਹਿਰ ਹੈ ਕਿ ਹਰਿਆਣੇ ਦੀਆਂ ਸੰਗਤਾਂ ਨੂੰ ਆਪਣੇ ਗੁਰਦੁਆਰਿਆਂ ਦੀ ਸੇਵਾ ਸੰਭਾਲ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਰੂਪ ਵਿੱਚ ਕਰਨ ਨੂੰ ਖੁਦ ਪ੍ਰਾਪਤ ਹੋਈ ਹੈ। ਤੇ ਮੈਂ ਸਮੁੱਚੀਆਂ ਹਰਿਆਣਾ ਦੀਆਂ ਸੰਗਤਾਂ ਤੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਜਿਨ੍ਹਾਂ ਨੇ ਖੁਸ਼ੀ ਦਾ ਇਜ਼ਹਾਰ ਕੀਤਾ, ਸਾਡਾ ਸਹਿਯੋਗ ਕੀਤਾ, ਉਹਨਾਂ ਨੂੰ ਲੱਖ ਲੱਖ ਵਧਾਈਆਂ, ਲੱਖ ਲੱਖ ਮੁਬਾਰਕਾਂ ਦਿੰਦਾ ਕਿ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਹੋਈ ਹੈ। ਨਿੱਤ ਅਰਦਾਸਾਂ ਸੀ ਗੁਰੂ ਸਾਹਿਬ ਦੇ ਚਰਨਾਂ 'ਚ, ਸੰਗਤਾਂ ਦੀਆਂ ਅਰਦਾਸਾਂ ਪ੍ਰਵਾਨ ਹੋਈਆਂ ਨੇ ਕਿ ਸ਼੍ਰੋਮਣੀ ਕਮੇਟੀ ਦੇ ਜਿਹੜੀ ਰਿਟ ਸੀ ਉਹਨੂੰ ਖਾਰਜ ਕਰਕੇ ਤੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹੱਕ ਵਿੱਚ ਮਾਨਯੋਗ ਸੁਪਰੀਮ ਕੋਰਟ ਨੇ ਫੈਸਲਾ ਦਿੱਤਾ ਵਾ। ਮੈਂ ਦਿਲ ਦੀਆਂ ਗਹਿਰਾਈਆਂ 'ਚੋਂ ਧੰਨਵਾਦ ਕਰਦਾ ਸਮੂਹ ਸਿੱਖ ਸੰਗਤਾਂ ਦਾ। ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਮੁੱਚੇ ਮੈਂਬਰ ਸਾਹਿਬਾਨਾਂ ਤੇ ਸੰਗਤਾਂ ਦੇ ਸਹਿਯੋਗ ਦੇ ਨਾਲ ਅਸੀਂ ਇਹ ਲੜਾਈ ਲੜੀ। ਸਾਡੇ ਵਕੀਲਾਂ ਨੇ ਸੁਪਰੀਮ ਕੋਰਟ ਦੇ ਵਿੱਚ ਆਪਣਾ ਪੱਖ ਪੇਸ਼ ਕੀਤਾ। ਸ੍ਰੀ ਰਣਜੀਤ ਕੁਮਾਰ ਜੀ ਔਰ ਐਡਵੋਕੇਟ ਔਨ ਰਿਕਾਰਡ ਸਾਡੇ ਸ੍ਰੀ ਸਿਧਾਰਥ ਬਤਰਾ ਜੀ। ਹਰਿਆਣਾ ਸਰਕਾਰ ਦੇ ਵੱਲੋਂ ਐਡਵੋਕੇਟ ਜਨਰਲ ਬਲਦੇਵ ਰਾਜ ਮਹਾਜਨ ਜੀ ਔਰ ਸ੍ਰੀ ਸ਼ਿਆਮ ਦੀਵਾਨ ਜੀ ਜਿਹੜੇ ਪੇਸ਼ ਹੁੰਦੇ ਰਹੇ ਆ। ਇਸੇ ਤਰ੍ਹਾਂ ਪੰਜਾਬ ਸਰਕਾਰ ਦੇ ਵੀ, ਕੇਂਦਰ ਸਰਕਾਰ ਦੇ ਵੀ ਐਡਵੋਕੇਟ ਉੱਥੇ ਪੇਸ਼ ਹੋਏ ਆ। ਸਾਡਾ ਪੱਖ ਜਿਹੜਾ ਉਹ ਬਹੁਤ ਵਧੀਆ ਤਰੀਕੇ ਨਾਲ ਉੱਥੇ ਪੇਸ਼ ਹੋਇਆ ਤੇ ਮੈਂ ਮਾਣਯੋਗ ਸਾਰੇ ਹੀ ਵਕੀਲ ਸਾਹਿਬਾਨਾਂ ਦਾ ਦਿਲ ਦੀਆਂ ਗਹਿਰਾਈਆਂ 'ਚੋਂ ਧੰਨਵਾਦ ਕਰਦਾ। ਸਾਡੇ ਹਰਿਆਣਾ ਦੇ ਮਾਣਯੋਗ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਖੱਟੜ ਜੀ ਦਾ ਦਿਲ ਦੀਆਂ ਗਹਿਰਾਈਆਂ 'ਚੋਂ ਧੰਨਵਾਦ ਕਰਦੇ ਹਾਂ, ਜਿਨ੍ਹਾਂ ਨੇ ਸਾਡਾ ਪੂਰਾ ਸਹਿਯੋਗ ਦਿੱਤਾ ਤੇ ਚੰਗੇ ਵਕੀਲਾਂ ਦੀ ਟੀਮ ਸਾਨੂੰ ਸੁਪਰੀਮ ਕੋਰਟ 'ਚ ਫਾਈਟ ਕਰਨ ਵਾਸਤੇ ਦਿੱਤੀ। ਅਸੀਂ ਧੰਨਵਾਦ ਕਰਦੇ ਹਾਂ ਮਾਨਯੋਗ ਹੋਮ ਮਿਨਿਸਟਰ ਸਾਹਿਬ ਸ੍ਰੀ ਅਮਿਤ ਸ਼ਾਹ ਜੀ ਦਾ, ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਦਾ, ਕੇਂਦਰ ਦੀ ਸਰਕਾਰ ਦਾ, ਹਰਿਆਣਾ ਸਰਕਾਰ ਦਾ, ਪੰਜਾਬ ਸਰਕਾਰ ਦਾ ਵੀ ਧੰਨਵਾਦ ਕਰਦੇ ਮੁੱਖ ਮੰਤਰੀ ਭਗਵੰਤ ਮਾਨ, ਜਿਨ੍ਹਾਂ ਨੇ ਸਾਡੇ ਹਰਿਆਣਾ ਕਮੇਟੀ ਦੇ ਹੱਕ ਵਿੱਚ ਲਿਖਤੀ ਜਿਹੜਾ ਕਮੈਂਟ ਆ ਸੁਪਰੀਮ ਕੋਰਟ ਨੂੰ ਦਿੱਤੇ ਉਹਨਾਂ ਦੇ ਵਕੀਲ ਸਾਹਿਬਾਨਾਂ ਦੇ ਵੱਲੋਂ। ਅਸੀਂ ਦਿਲ ਦੀਆਂ ਗਹਿਰਾਈਆਂ 'ਚੋਂ ਧੰਨਵਾਦ ਕਰਦੇ ਮਾਨਯੋਗ ਮੁੱਖ ਮੰਤਰੀ ਸਾਹਿਬ ਦੇ ਨਾਲ ਰਾਤ ਮੁਲਾਕਾਤ ਕਰਕੇ ਸੀਐਮ ਨਿਵਾਸ ਤੇ ਉਹਨਾਂ ਦਾ ਸਨਮਾਨ ਕਰਕੇ ਉਹਨਾਂ ਦਾ ਮੂੰਹ ਮਿੱਠਾ ਕਰਾ ਕੇ ਆਏ ਆ ਕਿ ਉਹਨਾਂ ਨੇ ਸਹਿਯੋਗ ਕੀਤਾ ਤੇ ਉਹਨਾਂ ਦਾ ਧੰਨਵਾਦ ਕਰਕੇ ਆਏ ਆ। ਵਾਹਿਗੁਰੂ ਅਕਾਲ ਪੁਰਖ ਦੀ ਕਿਰਪਾ ਹੋਈ ਹੈ। ਸਮੁੱਚੀਆਂ ਸੰਗਤਾਂ ਨੂੰ ਲੱਖ ਲੱਖ ਮੁਬਾਰਕ ਹੈ, ਵਧਾਈ ਹੈ ਕਿ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਹਰਿਆਣਾ ਵਿਚਲੇ ਜਿੰਨੇ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰਦੁਆਰਾ ਸਾਹਿਬਾਨ ਦਾ ਪ੍ਰਬੰਧ, ਸਕੂਲ ਕਾਲਜ ਜਾਂ ਮੈਡੀਕਲ ਕਾਲਜ ਜਾਂ ਕੋਈ ਟਰਸਟ ਜਾਂ ਬੋਰਡ ਜੋ ਵੀ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਹੇਠ ਸੀ ਉਹ ਸਾਰੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹੱਕ ਵਿੱਚ ਗਏ ਆ। ਕਿਉਂਕਿ ਲੰਬੀ ਲੜਾਈ ਲੜੀ ਗਈ, 8 ਸਾਲ ਲਗਾਤਾਰ ਇਹ ਜਿਹੜੀ ਲੜਾਈ ਲੜੀ ਗਈ ਹੈ ਕੋਰਟ ਦੇ ਅੰਦਰ, ਔਰ ਇਹਦੇ ਵਿੱਚ ਜਿਹੜਾ ਹਰਿਆਣਾ ਦੀਆਂ ਸੰਗਤਾਂ ਨੂੰ ਜਿਹੜਾ ਹੈਗਾ ਉਹ ਫੈਸਲਾ ਇਹਨਾਂ ਦੇ ਹੱਕ ਵਿੱਚ ਮਿਲਿਆ ਵਾ। ਮੈਂ ਵਾਹਿਗੁਰੂ ਅਕਾਲ ਪੁਰਖ ਦਾ ਧੰਨਵਾਦ ਕਰਦਾ ਅਤੇ ਅਪੀਲ ਕਰਦਾ ਹੁਣ ਮਾਨਯੋਗ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਡੇ ਸਰਦਾਰ ਹਰਜਿੰਦਰ ਸਿੰਘ ਧਾਮੀ ਜੀ ਨੂੰ ਜੋ ਵੱਡਾ ਦਿਲ ਦਿਖਾ ਕੇ ਹੁਣ ਆਪ ਖੁਦ ਆ ਕੇ ਸਗੋਂ ਹਰਿਆਣਾ ਦੇ ਵਿੱਚ ਉਹ ਹਰਿਆਣਾ ਦੇ ਸਮੁੱਚੇ ਗੁਰਦੁਆਰਿਆਂ ਦੀ ਸੇਵਾ ਸੰਭਾਲ ਹਰਿਆਣਾ ਕਮੇਟੀ ਦੇ ਹਵਾਲੇ ਕਰਕੇ ਜਾਣ ਤੇ ਅਸੀਂ ਉਹਨਾਂ ਦਾ ਸਨਮਾਨ ਕਰੀਏ। ਅਸੀਂ ਕਿਸੇ ਤਰ੍ਹਾਂ ਦਾ ਝਗੜਾ ਨਹੀਂ ਚਾਹੁੰਦੇ, ਕੋਈ ਲੜਾਈ ਨਹੀਂ ਚਾਹੁੰਦੇ, ਕਿਸੇ ਤਰ੍ਹਾਂ ਦੀ ਜਿੱਦਾਂ ਅਫਵਾਹਾਂ ਨੇ ਕੋਈ ਕਬਜ਼ਿਆਂ ਦੀ ਭਾਵਨਾ ਇਹੋ ਜਿਹੀ ਬਿਲਕੁਲ ਨਹੀਂ ਆ। ਅਸੀਂ ਸੇਵਾ ਸੰਭਾਲ ਵਾਸਤੇ ਲੜਾਈ ਲੜੀ ਆ ਤੇ ਸੇਵਾ ਸੰਭਾਲ ਕਰਾਂਗੇ। ਸਗੋਂ ਬਾਦਲਾਂ ਦਾ ਕਬਜ਼ਾ ਅਸੀਂ ਤੜਾਇਆ ਵਾ। ਮੈਨੂੰ ਕੱਲ ਦੇ ਹੀ ਫੋਨ ਆ ਰਹੇ ਹਰਿਆਣਾ ਦੇ ਵਿੱਚੋਂ
ਕਿ ਦਾਦੂਵਾਲ ਸਾਹਿਬ ਤੁਹਾਡਾ ਧੰਨਵਾਦ ਕਰਦੇ ਹਾਂ, ਤੁਸੀਂ ਸਾਡੇ ਹਰਿਆਣੇ ਦੇ ਸਿੱਖਾਂ ਨੂੰ ਬਾਦਲਾਂ ਤੋਂ ਆਜ਼ਾਦ ਕਰਾ ਦਿੱਤਾ, ਉਹਨਾਂ ਦੀ ਗੁਲਾਮੀ ਤੋਂ ਆਜ਼ਾਦ ਕਰਾ ਦਿੱਤਾ। ਆਉਂਦੇ ਸੀ ਹਰਿਆਣਾ 'ਚ, ਕਦੇ ਕਿਸ ਪਾਰਟੀ ਨੂੰ ਵੇਚ ਕੇ ਚਲੇ ਜਾਂਦੇ, ਕਦੇ ਕਿਸ ਪਾਰਟੀ ਨੂੰ ਸੌਦਾ ਕਰਕੇ ਚਲੇ ਜਾਂਦੇ ਸੀ। ਗੁਰਦੁਆਰਿਆਂ ਦੇ ਪ੍ਰਬੰਧ ਦਾ ਵੀ ਕੋਈ ਸੁਚੱਜਾ, ਦੇਖੋ ਸਾਡਾ ਹੈੱਡ ਆਫਿਸ ਹੈ ਗੁਰਦੁਆਰਾ ਸਾਹਿਬ, ਇਹ ਜਿਹੜਾ ਏਡਾ ਵੱਡਾ ਬਜਟ 150-200 ਕਰੋੜ ਦਾ ਬਜਟ ਆ, ਤੇ ਇੱਥੇ ਚੰਗੀ ਤਰ੍ਹਾਂ ਬੈਠਣ ਲਈ ਪ੍ਰੈਸ ਕਾਨਫਰੰਸ ਕਰਨ ਵਾਸਤੇ ਦਫ਼ਤਰ ਵੀ ਨਹੀਂ ਹੈਗਾ। ਤੁਸੀਂ ਦੇਖ ਰਹੇ ਇਦਾਂ ਦਾ ਪ੍ਰਬੰਧ, ਇਹ ਤਾਂ ਅਜੇ ਸਿੱਧਾ ਪ੍ਰਬੰਧ ਵਿੱਚ ਹੈ ਸ਼੍ਰੋਮਣੀ ਕਮੇਟੀ ਦੇ ਜਿਹੜੇ 8 ਗੁਰਦੁਆਰੇ ਸਿੱਧੇ ਪ੍ਰਬੰਧ ਵਿੱਚ, ਬਾਕੀ ਜਿਹੜੇ ਗੁਰਦੁਆਰੇ ਆ ਉਹ ਤਾਂ ਜਿਹੜੇ ਲੋਕਲ ਕਮੇਟੀਆਂ ਬਣੀਆਂ ਕਿਸ ਤਰ੍ਹਾਂ ਦੇ ਪ੍ਰਬੰਧ, ਬਹੁਤੇ ਗੁਰਦੁਆਰਿਆਂ ਦੀ ਸੇਵਾ ਸੰਭਾਲ ਵੱਲ ਉਹਨਾਂ ਨੇ ਧਿਆਨ ਨਹੀਂ ਦਿੱਤਾ। ਬਸ ਇੱਥੋਂ 4 ਤਰ੍ਹਾਂ ਦਾ ਦਸਵੰਧ ਲਿਜਾ ਕੇ ਉਹਨਾਂ ਨੇ, ਮੈਂ ਸਮਝਦਾ ਕਿ ਇਹ ਜਿਹੜਾ ਹੈਗਾ ਉਹਨਾਂ ਨੇ ਜੋ ਕੁਝ ਕੀਤਾ, ਹੁਣ ਅਸੀਂ ਪਿਛਲੇ ਤੇ ਘਟਾ ਪਾਉਣਾ ਚਾਹੁੰਦੇ ਹਾਂ। ਅਸੀਂ ਇੱਕੋ ਹੀ ਅਪੀਲ ਕਰਨਾ ਚਾਹੁੰਦੇ ਹਾਂ ਕਿ ਹੁਣ ਹਰਿਆਣੇ ਦੀਆਂ ਸੰਗਤਾਂ ਨੂੰ ਆਪ ਸੇਵਾ ਸੰਭਾਲ, ਆਪਣੇ ਇੱਥੇ ਗੁਰਧਾਮਾਂ ਦੀ ਸੇਵਾ ਸੰਭਾਲ, ਧਰਮ ਪ੍ਰਚਾਰ ਪ੍ਰਸਾਰ ਕਰਨ ਦੇ। ਆ ਸਾਰੇ ਹਰਿਆਣਾ ਦੇ ਸਿੱਖ ਬੈਠੇ ਆ, ਮੌਜੂਦ ਆ ਮੇਰੇ ਨਾਲ ਹਰਿਆਣਾ ਕਮੇਟੀ ਦੇ ਮੈਂਬਰ ਸਾਹਿਬਾਨ ਬੈਠੇ, ਸਕੱਤਰ ਸਾਹਿਬਾਨ ਬੈਠੇ ਆ, ਹਰਿਆਣਾ ਸ਼੍ਰੋਮਣੀ ਅਕਾਲੀ ਦਲ ਦੇ ਵੀ ਆਗੂ ਬੈਠੇ ਆ, ਸੰਗਤਾਂ ਬੈਠੀਆਂ, ਸੰਤ ਮਹਾਂਪੁਰਸ਼ ਬੈਠੇ ਆ, ਤੇ ਸਾਰੇ ਚਾਹੁੰਦੇ ਆ ਕਿ ਅਸੀਂ ਆਪਣੇ ਗੁਰੂ ਘਰਾਂ ਦੀ ਸੇਵਾ ਸੰਭਾਲ ਖੁਦ ਕਰ ਸਕੀਏ, ਤੇ ਮਾਨਯੋਗ ਸੁਪਰੀਮ ਕੋਰਟ ਨੇ ਵੀ ਸਾਡੇ ਹੱਕ ਦੇ ਵਿੱਚ ਜਿਹੜਾ ਹੈ ਫੈਸਲਾ ਦਿੱਤਾ ਹੈ। ਸਿੰਘ ਸਾਹਿਬ, ਕਿੰਨੇ ਟੋਟਲ ਗੁਰਦੁਆਰਾ ਸਾਹਿਬ ਹਰਿਆਣਾ ਦੇ ਵਿੱਚ ਜਿੰਨਾ, ਔਰ ਕਿੰਨਿਆਂ ਦੀ ਸੇਵਾ ਪਹਿਲਾਂ ਤੁਹਾਡੇ ਕੋਲ ਸੀ, ਕਿੰਨਿਆਂ ਦੀ ਐਸਜੀਪੀਸੀ ਕੋਲ, ਔਰ ਹੁਣ ਕੀ ਸਟੇਟਸ ਹੈ? ਐਕਟ ਦੇ ਅਨੁਸਾਰ ਟੋਟਲ 52 ਗੁਰਦੁਆਰੇ ਆ, ਜਿਨ੍ਹਾਂ ਦੇ ਵਿੱਚੋਂ 4 ਗੁਰਦੁਆਰਿਆਂ ਦੀ ਸੇਵਾ ਸੰਭਾਲ ਸਾਡੇ ਕੋਲ ਸੀ। ਵੈਸੇ 5 ਦੀ ਸੀ, 5ਵਾਂ ਐਕਟ ਦੇ ਵਿੱਚ ਨਹੀਂ ਆ ਗੁਰਦੁਆਰਾ ਸਾਹਿਬਾਨ, ਕਿਉਂਕਿ ਉਹ ਗੁਰਦੁਆਰੇ ਦਾ ਪ੍ਰਬੰਧ ਸਾਡੇ ਕੋਲ ਆ, ਪਰ ਉਹਦੀ ਜਿਹੜੀ ਜ਼ਮੀਨ ਜਾਇਦਾਦ ਸੀ ਉਹ ਪਾਤਸ਼ਾਹੀ ਛੇਵੀਂ ਕੁਰੂਕਸ਼ੇਤਰ ਦੇ ਕੋਲ ਉਹਦਾ ਪ੍ਰਬੰਧ ਸੀਗਾ। 48 ਗੁਰਦੁਆਰਿਆਂ ਦਾ ਪ੍ਰਬੰਧ ਹੈ ਸਿੱਧੇ ਤੌਰ ਤੇ ਲੋਕਲ ਕਮੇਟੀ 85 ਐਕਟ ਤੇ ਜਿਹੜਾ 85 ਦੀ ਮਾਦਾ ਤੇ 87 ਦੀ ਮਾਦਾ, ਉਹਦੇ ਵਿੱਚ ਇਹ ਸਾਰਾ 48 ਗੁਰਦੁਆਰਿਆਂ ਦਾ ਪ੍ਰਬੰਧ ਸ਼੍ਰੋਮਣੀ ਕਮੇਟੀ ਦੇ ਕੋਲ ਸੀ। ਪਹਿਲਾਂ ਸਾਡੇ ਕੋਲ ਇਹ ਸੀ, ਅੱਜ ਸਾਨੂੰ ਖੁਦ ਬੁਲਾ ਕੇ ਸਿਰਸਾ ਦੇ ਵਿੱਚ ਗੁਰਦੁਆਰਾ ਪਾਤਸ਼ਾਹੀ 10ਵੀਂ ਲੋਕਲ ਕਮੇਟੀ ਦੇ ਵੱਲੋਂ ਆਪ ਪ੍ਰਬੰਧ ਜਿਹੜਾ ਹਰਿਆਣਾ ਕਮੇਟੀ ਦੇ ਹਵਾਲੇ ਕਰ ਦਿੱਤਾ ਪ੍ਰਧਾਨ ਸਾਹਿਬ ਨੇ, ਉੱਥੇ ਕਮੇਟੀ ਨੇ ਐਲਾਨ ਕਰ ਦਿੱਤਾ। ਇਸੇ ਤਰ੍ਹਾਂ ਰਤੀਆ ਦੇ ਵਿੱਚ ਜਿਹੜਾ ਗੁਰਦੁਆਰਾ ਸਾਹਿਬ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਸੀ, ਲੋਕਲ ਕਮੇਟੀ ਨੇ ਖੁਦ ਬੁਲਾ ਕੇ ਉੱਥੇ ਸਾਨੂੰ ਕਿ ਉਹ ਪ੍ਰਬੰਧ ਹਰਿਆਣਾ ਕਮੇਟੀ ਦੇ ਹਵਾਲੇ ਕਰ ਦਿੱਤਾ। ਹੁਣ ਅਸੀਂ ਇੱਥੇ ਹੈੱਡ ਆਫਿਸ ਦੇ ਵਿੱਚ ਪਹੁੰਚੇ ਹਾਂ, ਕਿਉਂਕਿ ਗੁਰਦੁਆਰਾ ਐਕਟ 2014 ਦੇ ਅਨੁਸਾਰ ਹਰਿਆਣਾ ਕਮੇਟੀ ਦਾ ਮੁੱਖ ਦਫ਼ਤਰ ਪਾਤਸ਼ਾਹੀ ਛੇਵੀਂ ਗੁਰਦੁਆਰਾ ਕੁਰੂਕਸ਼ੇਤਰ, 2 ਸਬ ਆਫਿਸ ਨੇ, ਇੱਕ ਜੀਂਦ ਤੇ ਇੱਕ ਨਾਢਾ ਸਾਹਿਬ ਪੰਚਕੂਲਾ। ਸੋ ਅਸੀਂ ਹੈੱਡ ਆਫਿਸ ਦੇ ਵਿੱਚ ਪਹੁੰਚ ਚੁੱਕੇ ਹਾਂ, ਤੇ ਮੈਂ ਸਾਰਿਆਂ ਨੂੰ ਅਪੀਲ ਕਰਨਾ ਚਾਹੁੰਦਾ, ਇੱਕ ਖਾਸ ਕਰਕੇ 2 ਜਿਹੜੀਆਂ ਬੇਨਤੀਆਂ ਜ਼ਰੂਰੀ ਆ। ਇੱਕ ਤਾਂ ਇਹ ਕਿ ਸਾਡੀ ਕਿਸੇ ਤਰ੍ਹਾਂ ਦਾ ਕੋਈ ਲੜਾਈ ਝਗੜਾ ਜਾਂ ਕਬਜ਼ੇ ਦੀ ਕਿਸੇ ਤਰ੍ਹਾਂ ਦੀ ਨਹੀਂ, ਜਿਹੜੀ ਅਫਵਾਹ ਫੈਲਾਈ ਜਾ ਰਹੀ ਆ ਉਹਨਾਂ ਨੂੰ ਗਰੇਜ਼ ਕਰਨਾ ਚਾਹੀਦਾ। ਅਸੀਂ ਬੜੇ ਪਿਆਰ ਨਾਲ ਸੇਵਾ ਸੰਭਾਲ, ਜਿੱਥੇ ਅਸੀਂ ਇੰਨਾ ਚਿਰ ਉਡੀਕਿਆ, ਹੋਰ 2-4 ਦਿਨ ਉਡੀਕ ਲਾਂਗੇ। ਅਸੀਂ ਚਾਹੁੰਦੇ ਕਿ ਖੁਦ ਜਿਸ ਤਰ੍ਹਾਂ ਕਮੇਟੀਆਂ, ਸਾਨੂੰ ਬਹੁਤ ਥਾਵਾਂ ਤੋਂ ਗੁਰਦੁਆਰਾ ਕਮੇਟੀਆਂ ਦੇ ਫੋਨ ਆਏ ਆ ਜਿਹੜੇ ਹਰਿਆਣਾ ਕਮੇਟੀ ਦੇ ਨਾਲ ਚੱਲਣਾ ਚਾਹੁੰਦੇ ਆ। ਮੈਂ ਖੁਦ ਵੀ ਜਾ ਰਿਹਾ, ਮੈਂਬਰਾਂ ਦੀ ਵੀ ਡਿਊਟੀ ਲਗਾ ਰਿਹਾ, ਔਰ ਮੈਂ ਨਾਲ ਹੀ ਬੇਨਤੀ ਕਰਨੀ ਚਾਹੂੰ ਦੂਸਰੀ ਕਿ ਜਿੰਨੇ ਹਰਿਆਣਾ ਕਮੇਟੀ ਦੇ ਮੁਲਾਜ਼ਮ ਇੱਥੇ ਜਿਹੜੇ ਐਸਜੀਪੀਸੀ ਦੇ ਮੁਲਾਜ਼ਮ ਕੰਮ ਕਰ ਰਹੇ ਸੀ ਹੁਣ ਤੱਕ, ਹਰਿਆਣਾ ਕਮੇਟੀ ਦਾ ਇਹ ਡਿਸੀਜਨ ਕਿ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਕਿਸੇ ਮੁਲਾਜ਼ਮ ਨੂੰ ਨੌਕਰੀ ਤੋਂ ਨਹੀਂ ਹਟਾਏਗੀ, ਚਾਹੇ ਉਹ ਪੰਜਾਬ ਦਾ, ਚਾਹੇ ਉਹ ਦਿੱਲੀ ਦਾ, ਚਾਹੇ ਉਹ ਯੂਪੀ ਦਾ, ਚਾਹੇ ਉਹ ਰਾਜਸਥਾਨ ਦਾ। ਇੱਥੇ ਜੋ ਵੀ ਮੁਲਾਜ਼ਮ ਸੇਵਾ ਕਰਦਾ ਉਸੇ ਤਰ੍ਹਾਂ ਆਪਣੀ ਖੁਸ਼ੀ ਦੇ ਨਾਲ ਕੋਈ ਜਾਣਾ ਚਾਹਵੇ ਤਾਂ ਉਹ ਜਾ ਸਕਦਾ, ਪਰ ਕਿਸੇ ਨੂੰ ਵੀ ਇੱਥੋਂ ਸੇਵਾ ਮੁਕਤ ਨਹੀਂ ਕੀਤਾ ਜਾਏਗਾ। ਇਸੇ ਤਰ੍ਹਾਂ ਸੇਵਾਵਾਂ ਨਿਭਾਉਣਗੇ, ਕਿਉਂਕਿ ਸਾਡੇ ਹਰਿਆਣੇ ਦੇ ਬਹੁਤ ਮੁਲਾਜ਼ਮ ਪੰਜਾਬ ਦੀ ਕਮੇਟੀ 'ਚ ਕੰਮ ਕਰਦੇ ਆ, ਦਿੱਲੀ ਕਮੇਟੀ 'ਚ ਕੰਮ ਕਰਦੇ ਆ, ਹਜ਼ੂਰ ਸਾਹਿਬ ਵੀ ਕੰਮ ਕਰਦੇ ਆ। ਤੇ ਇਸੇ ਤਰੀਕੇ ਦੇ ਨਾਲ ਇਹ ਕਿਸੇ ਤਰ੍ਹਾਂ ਦੀ ਜਿਹੜੀ ਅਫਵਾਹ ਫੈਲਾਈ ਜਾ ਰਹੀ ਹੈ ਤੋਂ ਗੁਰੇਜ਼ ਕੀਤਾ ਜਾਵੇ। ਕਿਸੇ ਮੁਲਾਜ਼ਮ ਨੂੰ ਸੇਵਾ ਮੁਕਤ ਨਹੀਂ ਕੀਤਾ, ਆਪਣੀ ਖੁਸ਼ੀ ਨਾਲ ਜਾਣਾ। ਜਦੋਂ ਹਰਿਆਣਾ ਕਮੇਟੀ ਨੇ ਪਹਿਲਾਂ ਵੀ ਉਹ ਗੁਰਦੁਆਰਿਆਂ ਦੀ ਸੇਵਾ ਸੰਭਾਲੀ ਸੀ, ਅਸੀਂ ਕਿਸੇ ਮੁਲਾਜ਼ਮ ਨੂੰ ਸੇਵਾ ਮੁਕਤ ਨਹੀਂ ਸੀ ਕੀਤਾ। ਜਿਹੜੇ ਅੱਜ ਵੀ ਉਹੀ ਮੁਲਾਜ਼ਮ ਕੰਮ ਕਰ ਰਹੇ ਆ ਜਿਹੜੇ ਐਸਜੀਪੀਸੀ ਵੇਲੇ 2014 ਤੋਂ ਪਹਿਲਾਂ ਉਹਨਾਂ ਗੁਰਦੁਆਰਿਆਂ 'ਚ ਕੰਮ ਕਰਦੇ ਸੀਗੇ। ਇਸ ਕਾਰਨ ਕਰਕੇ ਇਹ 2 ਬੇਨਤੀਆਂ ਵਿਸ਼ੇਸ਼ ਕਰਕੇ ਮੈਂ ਕਰਨਾ ਚਾਹੁੰਦਾ। ਗੁਰੂ ਕਿਰਪਾ ਕਰੇ ਆਉਣ ਵਾਲੇ ਦਿਨਾਂ ਦੇ ਅੰਦਰ ਅਸੀਂ ਪੂਰੀ ਸੇਵਾ ਸੰਭਾਲ ਕਰਕੇ, ਐਕਟ ਅਨੁਸਾਰ ਮੈਂ ਸਮਝਦਾ ਕਿ ਹੁਣ ਖੁਦ ਹੀ ਐਸਜੀਪੀਸੀ ਨੂੰ ਚਾਹੀਦਾ ਕਿ ਸਾਡੀ ਅਪੀਲ ਤੇ ਗੌਰ ਕਰਕੇ ਖੁਦ ਧਾਮੀ ਸਾਹਿਬ ਆਉਣ ਇੱਥੇ ਤੇ ਆਪ ਸੇਵਾ ਸੰਭਾਲ ਕੇ ਜਾਣ। ਅਸੀਂ ਉਹਨਾਂ ਦਾ ਸਨਮਾਨ ਵੀ ਕਰਾਂਗੇ, ਪਿਆਰ ਵੀ ਬਣਿਆ ਰਹੂ, ਕਿਉਂਕਿ ਹਰਿਆਣੇ 'ਚ ਵੀ ਸਿੱਖ ਵੱਸਦੇ ਆ ਤੇ ਅਸੀਂ ਸਾਰੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹਾਂ। ਸ੍ਰੀ ਅਕਾਲ ਤਖਤ ਸਾਹਿਬ ਤੋਂ ਕੋਈ ਵੀ ਸਿੱਖ ਬਾਹਰ ਨਹੀਂ, ਅਸੀਂ ਨਤਮਸਤਕ ਆ। ਅਕਾਲ ਤਖਤ ਸਾਹਿਬ ਨੂੰ ਉਹੀ ਮਰਿਆਦਾ, ਉਹੀ ਅਸੂਲ ਤੇ ਸਿਧਾਂਤ ਜਿਹੜੇ ਗੁਰੂ ਦੀ ਮਰਿਆਦਾ ਦੇ ਆ ਉਹੀ ਲਾਗੂ ਰਹਿਣੇ ਆ।
ਉਹੀ ਚੱਲ ਰਹੇ ਆ। ਇਸ ਕਾਰਨ ਕਰਕੇ ਮੈਂ ਆਪ ਉਹਨਾਂ ਨੂੰ ਅਪੀਲ ਕਰਦਾ ਔਰ ਨਾਲ ਹੀ ਮੈਂ ਬੇਨਤੀ ਕਰਨੀ ਚਾਹੁੰਦਾ ਕਿ ਜਿੰਨੇ ਵੀ ਮੈਨੇਜਰ ਸਾਹਿਬਾਨ ਨੇ ਜਾਂ ਲੋਕਲ ਕਮੇਟੀਆਂ ਦੇ ਪ੍ਰਧਾਨ ਨੇ ਗੁਰਦੁਆਰਾ ਸਾਹਿਬਾਨਾਂ ਦੇ, ਉਹ ਇੱਥੇ ਮੁੱਖ ਦਫ਼ਤਰ ਦੇ ਵਿੱਚ ਕੱਲ੍ਹ ਨੂੰ ਸਵੇਰੇ 10 ਵਜੇ ਦੇ ਕਰੀਬ ਇੱਥੇ ਪਹੁੰਚਣ ਦੀ ਕਿਰਪਾਲਤਾ ਕਰਨ। ਸਾਰੇ ਲੋਕਲ ਕਮੇਟੀਆਂ ਦੇ ਪ੍ਰਧਾਨ ਸਾਹਿਬਾਨ ਔਰ ਆਪੋ ਆਪਣੇ ਲੈਟਰ ਹੈਡ ਜਿਹੜਾ ਉਹ ਲੈ ਕੇ ਪਹੁੰਚਣ, ਜਿਹੜੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਖੁਸ਼ੀ ਨਾਲ ਚੱਲਣਾ ਚਾਹੁੰਦੇ ਆ। ਜੇ ਕੋਈ ਕਿਸੇ ਤਰ੍ਹਾਂ ਦਾ ਕੋਈ ਆਕੀ ਹੈ ਭਾਈ, ਉਹਨੂੰ ਕਾਨੂੰਨ ਅਨੁਸਾਰ ਅਸੀਂ ਕਾਨੂੰਨ ਤੋਂ ਬਾਹਰ ਜਾ ਕੇ ਕੋਈ ਗੱਲ ਨਹੀਂ, ਹੁਣ ਤੱਕ ਵੀ ਅਸੀਂ ਕਾਨੂੰਨ ਨੂੰ ਉਡੀਕਿਆ, ਕਾਨੂੰਨ ਤੋਂ ਬਾਹਰ ਜਾ ਕੇ ਅਸੀਂ ਕੋਈ ਕਿਸੇ ਤਰ੍ਹਾਂ ਦੀ ਗੱਲ ਨਹੀਂ। ਸੋ ਸਾਰੀਆਂ ਲੋਕਲ ਕਮੇਟੀਆਂ ਦੇ ਪ੍ਰਧਾਨ ਸਾਹਿਬਾਨਾਂ ਨੂੰ, ਕਮੇਟੀਆਂ ਨੂੰ ਬੇਨਤੀ ਹੈ ਕਿ ਉਹ ਸਵੇਰੇ 10 ਵਜੇ ਗੁਰਦੁਆਰਾ ਸਾਹਿਬ ਪਾਤਸ਼ਾਹੀ ਛੇਵੀਂ ਗੁਰੂ ਕਸੇਤਰ ਮੁੱਖ ਦਫ਼ਤਰ ਵਿਖੇ ਪਹੁੰਚਣ। ਅਸੀਂ ਇੱਥੇ ਆ, ਉਹਨਾਂ ਦੀ ਉਡੀਕ ਕਰ ਰਹੇ ਹਾਂ। ਤੇ ਨਾਲ ਹੀ ਮੈਂ ਮੈਂਬਰ ਸਾਹਿਬਾਨਾਂ ਨੂੰ ਬੇਨਤੀ ਕਰਦਾ, ਸਾਰੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰ ਮੈਂਬਰ ਸਾਹਿਬਾਨ ਜਿੰਨੇ ਪੁੱਜ ਸਕਦੇ ਆ ਉਹ ਸਾਰੇ ਇੱਥੇ ਪਹੁੰਚਣ ਦੀ ਕਿਰਪਾਲਤਾ ਕਰਨ ਔਰ ਅਸੀਂ ਇੱਥੇ ਪਿਆਰ ਦੇ ਨਾਲ ਆਪੋ ਆਪਣੇ ਲੈਟਰ ਹੈਡ ਲੈ ਕੇ ਆਉਣ, ਆਪਣੀਆਂ ਮੋਹਰਾਂ ਲੈ ਕੇ ਆਉਣ। ਅਸੀਂ ਇੱਥੇ ਜਿਹੜਾ ਪਿਆਰ ਸਤਿਕਾਰ ਦੇ ਨਾਲ ਉਹਨਾਂ ਦੇ ਨਾਲ ਜਿਹੜੀ ਗੱਲਬਾਤ ਕਰਨਾ ਚਾਹੁੰਦੇ ਹਾਂ। ਦੇਖੋ, ਮੈਂ ਅਪੀਲ ਕਰਨੀ ਚਾਹੁੰਦਾ ਵਾ ਕਿ ਕਰੋੜਾਂ ਰੁਪਈਆ ਪਹਿਲਾਂ ਖਰਚ ਕੀਤਾ ਵਾ ਆਪਣਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ, ਤੇ ਹਰਿਆਣਾ ਕਮੇਟੀ ਨੂੰ ਵੀ ਖਰਚ ਕਰਨਾ ਪਿਆ ਜਦੋਂ ਉਹ ਇਸ ਮਸਲੇ ਨੂੰ ਕੋਰਟ ਵਿੱਚ ਲੈ ਗਏ। ਇਹ ਸੰਗਤਾਂ ਦਾ ਦਸਵੰਧ ਦਾ ਨਾਂ ਤਾਂ ਧਾਮੀ ਸਾਹਿਬ ਨੇ ਜੇਬ ਤੋਂ ਲਾਇਆ ਤੇ ਨਾ ਦਾਦੂਵਾਲ ਨੇ ਜੇਬ ਤੋਂ ਲਾਇਆ। ਇਹ ਕੋਰਟਾਂ ਦਾ ਕਰੋੜਾਂ ਰੁਪਈਆਂ ਦਾ ਖਰਚਾ ਸੰਗਤਾਂ ਦਾ ਦਸਵੰਧ ਹੈ। ਮੈਂ ਅਪੀਲ ਕਰਨੀ ਚਾਹੁੰਦਾ ਕਿ ਕਰੋੜਾਂ ਰੁਪਈਆ ਗੁਰਦੁਆਰਿਆਂ ਦੇ ਪ੍ਰਬੰਧ ਤੇ ਲੱਗੇ, ਧਰਮ ਪ੍ਰਚਾਰ ਤੇ ਲੱਗੇ, ਮੈਡੀਕਲ ਸੇਵਾ ਤੇ ਲੱਗੇ, ਐਜੂਕੇਸ਼ਨ ਸੇਵਾ ਤੇ ਲੱਗੇ। ਇਹ ਜਿਸ ਤਰੀਕੇ ਦੇ ਨਾਲ ਮੁੜ ਰਿਵਿਊ ਪਟੀਸ਼ਨ ਪਾ ਕੇ, ਜਿਸ ਤਰ੍ਹਾਂ ਵੈਸੇ ਕਾਨੂੰਨੀ ਹੱਕ ਆ ਸਭ ਨੂੰ, ਕੋਈ ਕਾਨੂੰਨੀ ਲੜਾਈ ਲੜਨੀ ਚਾਹੁੰਦਾ ਉਹਨਾਂ ਦੀ ਮਰਜ਼ੀ ਹੈ, ਪਰ ਮੈਂ ਅਪੀਲ ਇੱਕ ਛੋਟੇ ਭਰਾ ਦੇ ਨਾਤੇ, ਇੱਕ ਵੱਡੇ ਭਰਾ ਨੂੰ, ਪੰਜਾਬ ਨੂੰ ਵੱਡਾ ਭਰਾ ਮੰਨਿਆ ਜਾਂਦਾ, ਕਿ ਅਸੀਂ ਅਪੀਲ ਕਰਨੀ ਚਾਹੁੰਦੇ ਹਾਂ ਕਿ ਹਰਿਆਣੇ 'ਚ ਵੀ ਸਿੱਖ ਵੱਸਦੇ ਆ, ਹਰਿਆਣੇ ਦੇ ਸਿੱਖਾਂ ਨੂੰ ਸੇਵਾ ਸੰਭਾਲ ਦਾ ਹੱਕ ਆ। ਹਰਿਆਣਾ ਕਮੇਟੀ ਨੂੰ ਮਾਨਤਾ ਦਿੱਤੀ ਹੈ ਮਾਨਯੋਗ ਸੁਪਰੀਮ ਕੋਰਟ ਨੇ। ਜਿਹੜਾ ਐਕਟ ਬਣਿਆ ਸੀ ਸਹੀ ਬਣਿਆ ਸੀਗਾ। 2014 'ਚ ਹਰਿਆਣਾ ਸਰਕਾਰ ਚੌਧਰੀ ਭੁਪਿੰਦਰ ਸਿੰਘ ਹੁੱਡਾ ਨੇ ਇਸ ਐਕਟ ਬਣਾਇਆ ਸੀਗਾ। ਉਸ ਵੇਲੇ ਉਹਨਾਂ ਦੀ ਸਰਕਾਰ ਨੇ, ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਐਕਟ ਬਣਾਇਆ ਸੀ, ਪਰ ਇਹਨਾਂ ਨੇ ਚੈਲੰਜ ਕੀਤਾ ਉਸ ਐਕਟ ਨੂੰ। ਕਿ ਅਸੀਂ ਇਸ ਕਾਰਨ ਕਰਕੇ ਬੇਨਤੀ ਕਰਦੇ ਹਾਂ, ਕਰੋੜਾਂ ਰੁਪਈਆ ਪਹਿਲਾਂ ਖਰਚ ਹੋਇਆ, ਹੋਰ ਕਰੋੜਾਂ ਰੁਪਈਆ ਲਾਉਣ ਨੂੰ ਥਾਂ ਨਾ ਕੀਤਾ ਜਾਵੇ। ਸੰਗਤਾਂ ਦਾ ਪੈਸਾ ਸੰਗਤਾਂ ਦੀ ਸੇਵਾ ਸੰਭਾਲ, ਗੁਰਧਾਮਾਂ ਦੀ ਸੇਵਾ ਸੰਭਾਲ ਤੇ ਲੱਗੇ। ਰਿਵਿਊ ਪਟੀਸ਼ਨ ਦੇ ਵਿੱਚ ਮੇਰੀ ਅਪੀਲ ਆ ਕਿ ਉਹਨਾਂ ਨੂੰ ਜਾਣਾ ਨਹੀਂ ਚਾਹੀਦਾ, ਪਿਆਰ ਦੇ ਨਾਲ ਆ ਕੇ ਪ੍ਰਬੰਧ ਸੰਭਾਲਣਾ ਚਾਹੀਦਾ ਵਾ। ਬਾਕੀ ਉਹਨਾਂ ਦੀ ਮਰਜ਼ੀ ਆ, ਉਹ ਮਰਜ਼ੀ ਦੇ ਮਾਲਕ ਆ, ਉਹਨਾਂ ਨੇ ਜਾਣਾ ਨਹੀਂ ਜਾਣਾ ਉਹਨਾਂ ਨੇ। ਪਰ ਸਾਡੀ ਅਪੀਲ ਆ ਕਿ ਸੰਗਤਾਂ ਦਾ ਦਸਵੰਧ 10-10 ਰੁਪਏ, 5-5 ਰੁਪਏ ਸੰਗਤਾਂ ਖੂਨ ਪਸੀਨੇ ਦੀ ਕਮਾਈ ਜਿਹੜੀ ਗੋਲਕ 'ਚ ਪਾਈ ਆ, ਉਹ ਗੁਰੂ ਕੇ ਲੰਗਰਾਂ ਤੇ, ਗੁਰੂ ਕੀਆਂ ਇਮਾਰਤਾਂ ਤੇ, ਧਰਮ ਪ੍ਰਚਾਰ ਤੇ, ਮੈਡੀਕਲ ਸੇਵਾ ਤੇ ਲੱਗੇ। ਉਹ ਲੋਕ ਭਲਾਈ ਤੇ ਲੱਗੇ, ਨਾ ਕਿ ਕੋਰਟ ਕਚਹਿਰੀਆਂ ਦੇ ਵਿੱਚ ਉਹ ਜਿਹੜਾ ਕਰੋੜਾਂ ਰੁਪਈਆ ਪਹਿਲਾਂ ਖਰਚ ਕੀਤਾ ਤੇ ਹੋਰ ਇਸ ਤਰ੍ਹਾਂ ਨਾ ਕੀਤਾ ਜਾਵੇ। ਇਹ ਮੇਰੀ ਖਾਸ ਕਰਕੇ ਅਪੀਲ ਆ। ਤਿੰਨਾਂ ਅਪੀਲਾਂ ਤੇ ਸੰਗਤਾਂ ਜਿਹੜੀਆਂ ਉਹ ਧਿਆਨ ਦੇਣ ਤੇ ਸਾਰੇ ਕਿਸੇ ਤਰ੍ਹਾਂ ਦਾ ਕੋਈ ਝਗੜਾ ਨਹੀਂ। ਕਿਸੇ ਗੁਰਦੁਆਰੇ 'ਚ ਕਿਸੇ ਮੈਂਬਰ ਸਾਹਿਬਾਨ ਨੇ, ਮੈਂ ਬੇਨਤੀ ਕਰੂ ਹਰਿਆਣਾ ਕਮੇਟੀ ਦੇ ਮੈਂਬਰ ਸਾਹਿਬਾਨਾਂ ਨੂੰ, ਕਿਤੇ ਵੀ ਜਾ ਕੇ ਕੋਈ ਝਗੜਾ ਨਹੀਂ ਕਰਨਾ, ਕੋਈ ਵਿਵਾਦ ਤਕਰਾਰ ਨਹੀਂ ਕਰਨਾ। ਪਿਆਰ ਨਾਲ ਸੰਗਤਾਂ ਬੁਲਾ ਰਹੀਆਂ ਕਮੇਟੀਆਂ, ਉੱਥੇ ਜਾ ਕੇ ਪ੍ਰਬੰਧ ਸੰਭਾਲਿਆ ਜਾਊ। ਕੱਲ੍ਹ ਨੂੰ ਸਾਰੇ ਇੱਥੇ ਪਹੁੰਚੋ ਤੇ ਸਾਰਿਆਂ ਨੂੰ 10 ਵਜੇ ਇੱਥੇ ਪੁੱਜਣ ਦਾ ਸੱਦਾ ਦਿੱਤਾ ਜਾਂਦਾ ਵੀ ਸਾਰੇ ਆ ਕੇ ਪਿਆਰ ਸਤਿਕਾਰ ਦੇ ਨਾਲ ਆਪਾਂ ਇੱਥੇ ਜਿਹੜੀ ਸੇਵਾ ਸੰਭਾਲ ਆ ਅਸੀਂ ਅਪੀਲ ਕਰਾਂਗੇ। ਇਹ ਮੁੱਖ ਦਫ਼ਤਰ ਆ, ਇੱਥੇ ਜੋ ਮੈਨੇਜਰ ਸਾਹਿਬਾਨ ਨੇ, ਜੋ ਬਾਕੀ ਨੇ ਸਾਰੇ, ਜਿਸ ਤਰ੍ਹਾਂ ਉਹਨਾਂ ਨੇ ਸੇਵਾ ਸੰਭਾਈ, ਇਸੇ ਤਰ੍ਹਾਂ ਪਿਆਰ ਦੇ ਨਾਲ ਰਾਬਤੇ 'ਚ ਸਾਨੂੰ ਸੁਨੇਹੇ ਜਾ ਰਹੇ ਆ। ਕਿਉਂਕਿ ਹੁਣ ਸੁਪਰੀਮ ਕੋਰਟ ਦਾ ਹੀ ਫੈਸਲਾ ਆ ਗਿਆ। ਹੁਣ ਇਦੋਂ ਪਰੇ ਤਾਂ ਜੇ ਕਾਨੂੰਨੀ ਲੜਾਈ ਲੜਨੀ ਆ ਤੇ ਲੋਅਰ ਕੋਰਟ ਤੇ ਹਾਈ ਕੋਰਟ ਤੇ ਸੁਪਰੀਮ ਕੋਰਟ ਆ, ਇਦੋਂ ਪਰੇ ਡਬਲ ਬੈਂਚ ਦਾ ਫੈਸਲਾ ਆ। ਸੋ ਇਸ ਕਰਕੇ ਧਾਮੀ ਸਾਹਿਬ ਉਹਨਾਂ ਨੂੰ ਮੈਂ ਬੇਨਤੀ ਕਰੂੰਗਾ ਔਰ ਨਾਲ ਹੀ ਇਹ ਮੈਂ ਬੇਨਤੀ ਕਰੂੰਗਾ ਕਿ ਇਹ ਸੇਵਾ ਸੰਭਾਲ ਦਾ ਕਾਰਜ ਅਸੀਂ ਬਹੁਤ ਵੱਡਾ ਫੰਕਸ਼ਨ ਕਰਕੇ ਸੇਵਾ ਸੰਭਾਲ ਕੇ ਤੇ ਸਾਰਿਆਂ ਜਿੰਨਾ ਸਾਡਾ ਸਹਿਯੋਗ ਦਿੱਤਾ ਉਹਨਾਂ ਦਾ ਵਿਸ਼ੇਸ਼ ਸਨਮਾਨ ਕੀਤਾ ਜਾਊਗਾ। ਮੁੱਖ ਮੰਤਰੀ ਸਾਹਿਬ ਹਰਿਆਣਾ, ਗ੍ਰਹਿ ਮੰਤਰੀ ਸਾਹਿਬ, ਪ੍ਰਧਾਨ ਮੰਤਰੀ ਸਾਹਿਬ, ਜਿਹੜੇ ਸਾਨੂੰ ਸਮਾਂ ਦੇਣਗੇ, ਜਿੰਨਿਆਂ ਨੇ ਸਾਨੂੰ ਇਸ ਕਮੇਟੀ 'ਚ ਸਹਿਯੋਗ ਦਿੱਤਾ, ਉਹਨਾਂ ਦਾ ਸਨਮਾਨ ਵੀ ਕਰਾਂਗੇ ਉਸ ਵੱਡੇ ਸਮਾਗਮ ਦੇ ਅੰਦਰ। ਔਰ ਧੰਨਵਾਦ ਵੀ ਕਰਦਾ ਇਸ ਸਟਰਗਲ ਨੂੰ ਲੜਦਿਆਂ, ਲੜਾਈ ਨੂੰ ਲੜਦਿਆਂ ਬਹੁਤ ਸਾਡੇ ਸਾਥੀ ਚਲਾਣਾ ਕਰਕੇ, ਕਾਲ ਚਲਾਣਾ ਕਰਕੇ ਲੰਬਾ ਸਮਾਂ ਹੋ ਗਿਆ ਹਰਿਆਣਾ ਕਮੇਟੀ ਦੀ ਲੜਾਈ ਲੜੀ ਜਾ ਰਹੀ ਨੂੰ। ਬਹੁਤ ਸਾਰੇ ਮੈਂਬਰ ਸਾਹਿਬਾਨ ਜਿਹੜੇ
ਹੁਣ ਐਕਟਿਵ ਨੇ, ਉਹਨਾਂ ਦਾ ਵੀ ਸਾਰਿਆਂ ਦਾ ਧੰਨਵਾਦ ਜਿਨ੍ਹਾਂ ਨੇ ਸਾਥ ਦਿੱਤਾ। ਨਵੇਂ ਪੁਰਾਣੇ ਸਾਰੇ ਮੈਂਬਰ ਸਾਹਿਬਾਨਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਸਭ ਦਾ ਧੰਨਵਾਦ ਹੈ। ਤੇ ਸਾਰਿਆਂ ਨੂੰ ਅਪੀਲ ਹੈ ਕਿ ਸਵੇਰੇ ਜੋ ਵੀ ਪਹੁੰਚ ਸਕਦੇ ਆ ਸਵੇਰੇ 10 ਵਜੇ ਆਉਣ। ਜਿਹੜੇ ਖੁਸ਼ੀ ਨਾਲ ਪ੍ਰਬੰਧ ਦੇਣਾ ਚਾਹੁੰਦੇ ਹੋ ਇੱਥੇ ਆਉਣ, ਆਪਣੇ ਲੈਟਰ ਹੈਡ ਲੈ ਕੇ ਆਉਣ। ਔਰ ਜੇ ਕੋਈ ਕਿਸੇ ਤਰ੍ਹਾਂ ਦੀ ਹਿਚਕਚਾਹਟ ਹੈ ਕਿਸੇ ਨੂੰ, ਕਿਉਂਕਿ ਕਾਨੂੰਨ ਵੱਲੋਂ ਸਰਕਾਰ ਵੱਲੋਂ ਕੋਈ ਨਹੀਂ, ਅਸੀਂ ਸਾਰਾ ਕੁਝ ਸਰਕਾਰ ਦੇ ਧਿਆਨ 'ਚ ਲਿਆ ਦਿੱਤਾ। ਇਹ ਐਕਟ ਨੂੰ ਹੁਣ ਸਰਕਾਰ ਨੇ ਇੰਪਲੀਮੈਂਟ ਕਰਨਾ। ਅਸੀਂ ਜੋ ਵੀ ਮਸਲਾ ਹੈ ਉਹ ਹਰਿਆਣਾ ਸਰਕਾਰ ਦੇ ਧਿਆਨ 'ਚ ਲਿਆਵਾਂਗੇ, ਮਾਨਯੋਗ ਮੁੱਖ ਮੰਤਰੀ ਸਾਹਿਬ ਦੇ ਪ੍ਰਸ਼ਾਸਨ ਦੇ ਸਾਰਾ ਧਿਆਨ ਦੇ ਵਿੱਚ ਲਿਆਵਾਂਗੇ। ਔਰ ਸਾਰਿਆਂ ਨੂੰ ਜਿਹੜਾ ਹੈਗਾ ਇਹ ਅਪੀਲ ਆ ਕਿ ਪਿਆਰ ਦੇ ਨਾਲ, ਹੁਣ ਇਹਦੋਂ ਪਰੇ ਤਾਂ ਹੁਣ ਕੋਈ ਗੱਲ ਨਹੀਂ ਹੈ, ਤੇ ਸਾਰੇ ਪਿਆਰ ਦੇ ਨਾਲ ਇਸ ਪ੍ਰਬੰਧ ਨੂੰ ਆਪਾਂ ਜਿਹੜਾ ਹੈ ਉਹ ਅੱਗੇ ਚਲਾਈਏ। ਪ੍ਰਧਾਨ ਕੌਣ ਰਹੇਗਾ ਤੁਹਾਡੇ ਤੋਂ ਪਹਿਲੇ? ਜਿੰਦਾ ਸਾਹਿਬ ਆਏ ਸੀ, ਉਹ ਕਹਿੰਦੇ ਜੀ ਦਾਦੂਵਾਲ ਸਾਹਿਬ ਪ੍ਰਧਾਨ ਨਹੀਂ ਹੈ, ਸਾਡੇ ਨਾਲ ਅੜਤੀ ਕਮੇਟੀ ਦੇ ਮੈਂਬਰ ਨੇ ਤੇ ਪ੍ਰਧਾਨਗੀ ਦਾ ਲੈ ਕੇ। ਦੇਖੋ ਜੀ, ਮੈਂ ਤਾਂ ਇੱਕ ਬੇਨਤੀ ਕਰਨੀ ਚਾਹੁੰਦਾ ਵੀ ਆਪਾਂ ਸਾਰੇ ਰਲ ਕੇ ਕਹਿੰਦੇ ਆ ਕਿ ਨਰਿੰਦਰ ਮੋਦੀ ਸਾਹਿਬ ਪ੍ਰਧਾਨ ਮੰਤਰੀ ਹੈ ਨਹੀਂ ਹੈ, ਅਮਿਤ ਸ਼ਾਹ ਗ੍ਰਹਿ ਮੰਤਰੀ ਹੈ ਨਹੀਂ ਹੈ, ਜਾਂ ਖੱਟਰ ਸਾਹਿਬ ਮੁੱਖ ਮੰਤਰੀ ਹੈ ਨਹੀਂ ਹੈ। ਕਹਿਣ ਨੂੰ ਆਪਾਂ ਸਾਰੇ ਕਹਿ ਦਈਏ ਤਾਂ ਫਿਰ ਕੀ ਹੋ ਜਾਂਦਾ। ਮੈਂ ਤਾਂ ਅਪੀਲ ਕਰਦਾ ਸਾਰਿਆਂ ਨੂੰ ਕਿ ਕੋਈ ਮਨ ਪਟਾਵ ਆ ਕਿਸੇ ਨੂੰ, ਆਓ ਸਾਰੇ ਜੋ ਗੱਲ ਕਾਨੂੰਨੀ ਆ, ਲੀਗਲੀ ਆ, ਉਹਨੂੰ ਲੀਗਲੀ ਕਾਨੂੰਨੀ ਤਰੀਕੇ ਨਾਲ ਲਿਆ ਜਾਵੇ। ਐਵੇਂ ਮਜ਼ਾਕ ਦੀਆਂ ਗੱਲਾਂ ਜਾਂ ਇਸ ਤਰ੍ਹਾਂ ਦੀਆਂ ਗੱਲਾਂ ਦੇ ਨਾਲ ਜਿਹੜਾ ਹੈਗਾ ਹਾਸੋ ਹੀ ਨਹੀਂ। ਸਥਿਤੀ ਆਪਣੀ ਵੀਰੋ ਆਪਣੀ ਆਪ ਹੀ ਬਣਾ ਰਹੇ ਆ, ਜੋ ਗੱਲਾਂ ਲੀਗਲੀ ਕਾਨੂੰਨੀ ਆ। ਹੁਣ ਤੁਸੀਂ ਇੱਥੇ, ਤੁਸੀਂ ਵੀ ਸਾਰਾ ਮੀਡੀਆ, ਮੈਂ ਵੀ ਇੱਥੇ ਪਹੁੰਚਿਆ, ਜੇ ਤਾਂ ਇਦਾਂ ਦਾ ਸਵਾਗਤ ਉਹਨਾਂ ਦਾ ਵੀ ਹੋਇਆ ਤਾਂ ਮੈਨੂੰ ਦੱਸ ਦਿਓ। ਤੇ ਜੇ ਪ੍ਰਧਾਨ ਆਏ ਦਾ ਪਤਾ ਹੀ ਲੱਗ ਜਾਂਦਾ ਵੀ ਪ੍ਰਧਾਨ ਕੌਣ ਹੈ ਤੇ ਮੁੱਖ ਮੰਤਰੀ ਸਾਹਿਬ ਕੌਣ ਹੈ, ਪ੍ਰਧਾਨ ਮੰਤਰੀ ਕੌਣ ਹੈ। ਮੈਂ ਉਹਨਾਂ ਦਾ ਸਵਾਗਤ ਕਰਦਾ, ਉਹ ਆਉਣ, ਮੈਂ ਇੱਥੇ ਸਨਮਾਨ ਕਰਦਾ ਸਾਰਿਆਂ ਦਾ। ਮੇਰੇ ਭਰਾ ਨੇ, ਮੇਰੇ ਸਾਥੀ ਨੇ, ਸਾਰੀ ਸਟਰਗਲ ਅਸੀਂ ਰਲ ਕੇ ਕੀਤੀ ਆ ਸਾਰੇ। ਇਹ ਹਰਿਆਣਾ ਕਮੇਟੀ ਜਦੋਂ ਬਣੀ ਸੀ, ਮੈਨੂੰ ਤਾਂ ਬਾਦਲਾਂ ਨੇ ਫੜ ਕੇ ਗੁਰਦੁਆਰਾ ਸਾਹਿਬ ਤੋਂ ਅੱਧੀ ਰਾਤ ਨੂੰ ਝੂਠੇ ਮੁਕੱਦਮੇ 4 ਪਾਏ। ਮੈਂ ਫਰੀਦਕੋਟ ਦੀ ਜੇਲ੍ਹ ਕੱਟੀ, 2 ਮੁਕੱਦਮੇ ਫਰੀਦਕੋਟ ਫੇਸ ਕੀਤੇ, 2 ਮਾਨਸਾ ਫੇਸ ਕੀਤੇ। 2018 ਜਾ ਕੇ ਮੈਂ ਉਹਨਾਂ ਮੁਕੱਦਮਿਆਂ 'ਚੋਂ ਬਰੀ ਹੋਇਆ 4 ਸਾਲਾਂ ਬਾਅਦ। ਤੇ ਇਸ ਕਾਰਨ ਕਰਕੇ ਮੇਰੇ ਤੇ ਜੁੱਤੀਆਂ ਜੋੜੇ ਵੀ ਟਰੰਕਾਂ 'ਚ ਪਾ ਕੇ ਬਾਦਲ ਲੈ ਗਏ ਸੀ। ਗੁਰਦੁਆਰਿਆਂ ਤੇ ਕਬਜ਼ਾ ਕਰ ਲਿਆ ਸੀ, ਜਿਹੜੇ ਇੰਡੀਪੈਂਡੈਂਟ ਮੇਰੇ ਪ੍ਰਬੰਧ ਸੀ। ਮੇਰੇ ਬੱਚਿਆਂ ਦੇ ਕੱਪੜੇ ਤੱਕ ਜੁੱਤੀਆਂ ਜੋੜੇ ਟਰੰਕਾਂ 'ਚ ਪਾ ਕੇ ਬਾਦਲ ਲੈ ਗਏ। ਅਸੀਂ ਲੜਾਈ ਲੜੀ ਹੈ ਹਰਿਆਣਾ ਕਮੇਟੀ ਦੇ ਵਾਸਤੇ। ਔਰ ਹਰਿਆਣਾ ਕਮੇਟੀ ਦਾ ਜਿਹੜਾ ਪਹਿਲਾ ਗੁਰਦੁਆਰਾ ਸਾਹਿਬ ਦਾ ਪ੍ਰਬੰਧ, ਅੱਜ ਮੁੱਖ ਦਫ਼ਤਰ ਹਰਿਆਣਾ ਕਮੇਟੀ ਦਾ ਗੁਰਦੁਆਰਾ ਸਾਹਿਬ ਪਾਤਸ਼ਾਹੀ 6ਵੀਂ ਤੇ 9ਵੀਂ ਚੀਕਾ, ਜਿਹਦਾ ਪ੍ਰਬੰਧ ਸੰਭਾਲਿਆ। ਮੈਂ ਸਮਝਦਾ ਜੇਕਰ ਉਹ ਪ੍ਰਬੰਧ ਅਸੀਂ ਨਾ ਉਦੋਂ ਸੰਭਾਲਿਆ ਹੁੰਦਾ ਤੇ ਹਰਿਆਣਾ ਕਮੇਟੀ ਕੋਲੇ ਤਾਂ ਵਕੀਲਾਂ ਨੂੰ ਫੀਸ ਦੇਣ ਜੋਗੇ ਪੈਸੇ ਨਹੀਂ ਸੀਗੇ। ਜੇ ਅਸੀਂ ਮੈਂ ਜਾ ਕੇ ਉਦਮ ਕੀਤਾ, ਸਾਥੀਆਂ ਦੇ ਨਾਲ ਉਪਰਾਲਾ ਕੀਤਾ, ਤੇ ਉਹਦਾ ਹੀ ਮੈਨੂੰ ਹਰਜਾਨਾ ਭੁਗਤਣਾ ਪਿਆ। ਜਿਹੜਾ ਉਹਨਾਂ ਕਿਹਾ ਤੁਸੀਂ ਸਾਡਾ ਗੁਰਦੁਆਰਾ ਹਰਿਆਣੇ 'ਚ ਹੋਇਆ, ਬਾਦਲ ਕਹਿੰਦੇ, ਤੇ ਅਸੀਂ ਤੁਹਾਡਾ ਪੰਜਾਬ 'ਚ ਦੱਬਦੇ। ਕੋਟ ਸ਼ਮੀਰ ਉਹਨਾਂ ਨੇ ਗੁਰਦੁਆਰਾ ਸਾਹਿਬ ਦੱਬ ਲਿਆ ਸੀਗਾ, ਸਾਰੇ ਸੇਵਾਦਾਰ ਚੱਕ ਕੇ ਜੇਲ੍ਹਾਂ 'ਚ ਡੱਕ ਦਿੱਤੇ। ਕਸੂਰ ਮੇਰਾ ਇਹ ਸੀ ਕਿ ਹਰਿਆਣੇ ਦੇ ਸਿੱਖਾਂ ਦੀ, ਹਰਿਆਣੇ ਦੇ ਹੱਕਾਂ ਦੀ ਲੜਾਈ ਲੜੀ ਤੇ ਗੁਰਦੁਆਰਾ ਸਾਹਿਬ ਦੀ ਹਰਿਆਣਾ ਕਮੇਟੀ ਵਾਸਤੇ ਮੈਂ ਸਹਿਯੋਗ ਦਿੱਤਾ। ਅਸੀਂ ਮੁਕੱਦਮੇ ਝੱਲੇ ਆ, ਤਬਾਹੀ ਝੱਲੀ ਆ। ਮੈਂ ਕਿਸੇ ਬਾਰੇ ਕੋਈ ਮਾੜਾ ਨਹੀਂ, ਸਾਰੇ ਮੇਰੇ ਆ। ਸਾਰਿਆਂ ਦਾ ਮੈਂ ਸਵਾਗਤ ਕਰਦਾ, ਧੰਨਵਾਦ ਕਰਦਾ, ਤੇ ਸਾਰਿਆਂ ਨੂੰ ਅਪੀਲ ਕਰਦਾ ਕਿ ਆਓ ਸਾਰੇ, ਜੇ ਕਿਸੇ ਨੂੰ ਕੋਈ ਮਨਮੁਟਾਵ ਆ ਉਹਨੂੰ ਦੂਰ ਕਰਕੇ ਆਪਾਂ ਸੁਚੱਜੀ ਸੇਵਾ ਸੰਭਾਲਾਂ। ਅੱਜ ਮੌਕਾ ਮਿਲਿਆ ਵਾ, ਅੱਜ ਮਾਨਯੋਗ ਸੁਪਰੀਮ ਕੋਰਟ ਨੇ ਤੁਹਾਡੇ ਹੱਕ 'ਚ ਫੈਸਲਾ ਦਿੱਤਾ ਵਾ, ਤੇ ਆਓ ਹੁਣ ਖੀਰ ਤੇ ਸੁਆਹ ਪਾਉਣ ਦਾ ਫਾਇਦਾ ਕੋਈ ਨਹੀਂ ਹੈ। ਇਸ ਕਾਰਨ ਕਰਕੇ ਆਪਾਂ ਸਾਰੇ ਰਲ ਕੇ ਜਿਹੜਾ ਹੈਗਾ ਉਹ ਸੇਵਾ ਸੰਭਾਲ ਦੀ ਖੀਰ ਜਿਹੜੀ ਆ ਉਹ ਖਾਈਏ, ਸੇਵਾ ਕਰੀਏ। ਇਹ ਸੇਵਾ ਦਾ ਮਸਲਾ ਵਾ, ਇਹ ਪ੍ਰਧਾਨਗੀਆਂ ਦੇ ਮਸਲੇ ਨਹੀਂ ਆ, ਇਹ ਈਗੋ ਦੇ ਮਸਲੇ ਨਹੀਂ ਹੈ, ਇਹ ਸੇਵਾ ਸੰਭਾਲਦੇ ਆ। ਦਾਦੂਵਾਲ ਜਦੋਂ ਪ੍ਰਧਾਨ ਨਹੀਂ ਸੀ, ਪ੍ਰਧਾਨ ਜੰਮਿਆ ਤੇ ਨਾ ਪ੍ਰਧਾਨ ਮਰਦਾ। ਇਹਦਾ ਸੇਵਾ ਸੰਭਾਲ ਆ। ਮੈਨੂੰ 20 ਜੁਲਾਈ 2020 ਨੂੰ ਜਰਨਲ ਹਾਊਸ ਨੇ ਸਰਬਸੰਮਤੀ ਦੇ ਨਾਲ ਇਹ ਸੇਵਾ ਸੀਗੀ। ਮੈਂ ਇਲੈਕਸ਼ਨ ਕਰਵਾਈ। 13 ਅਗਸਤ 2020 ਨੂੰ ਮੈਨੂੰ ਇਲੈਕਟਡ ਮੈਂਬਰ ਸਾਹਿਬਾਨਾਂ ਨੇ ਬਣਾਇਆ ਸੀ। ਮੈਂ ਧੰਨਵਾਦ ਕਰਦਾ ਸਾਰਿਆਂ ਦਾ। ਸਾਰੇ ਅਹੁਦੇ ਉਹਨਾਂ ਦੇ ਆ, ਮਾਣ ਸਤਿਕਾਰ ਉਹਨਾਂ ਦਾ। ਸਾਰੇ ਰਲ ਮਿਲ ਕੇ ਆਪਾਂ ਸੇਵਾ ਦੀ ਗੱਲ ਕਰੀਏ। ਐਵੇਂ ਚਲੋ ਕਈ ਵਾਰੀ ਵੱਧ ਕਿਹਾ ਸੁਣੀ ਹੋ ਜਾਂਦੀ ਆ। ਮੈਨੂੰ ਕੋਈ ਕਿਸੇ ਤਰ੍ਹਾਂ ਦਾ ਕਿਸੇ ਤੇ ਕੋਈ ਰੋਸ ਨਹੀਂ ਆ। ਆਓ ਸਾਰੇ ਆਪਾਂ ਬੈਠ ਕੇ, ਗੁਰਬਾਣੀ ਕਹਿੰਦੀ ਆ ਕਿ ਹੋਏ ਇਕੱਤਰ ਮਿਲੋ ਮੇਰੇ ਭਾਈ, ਦੁਬਦਾ ਦੂਰ ਕਰੋ ਲਿਵ ਲਾਏ, ਹਰ ਨਾਮੈ ਕੀ ਹੋਵੋ ਜੋੜੀ। ਕੋਈ ਗਿਲਾ ਸਿਕਵਾ ਕਿਸੇ ਦਾ ਮਿਲ ਬੈ ਕੇ ਕੱਢਣੀ ਆਪਾਂ। ਲਾਸਟ ਸਵਾਲ ਦਸਵੰਤ ਸਾਹਿਬ, ਹੈਡਕੁਆਟਰ ਕੌਣ ਸਾ ਰਹੇਗਾ? ਹੈਡਕੁਆਟਰ ਜਿਹੜਾ ਐਕਟ ਦੇ ਅਨੁਸਾਰ ਹੈਡਕੁਆਟਰ ਜਿਹੜਾ ਹੈ ਸਾਡਾ ਗੁਰਦੁਆਰਾ ਸਾਹਿਬ ਪਾਤਸ਼ਾਹੀ 6ਵੀਂ ਕੁਰੂਕਸ਼ੇਤਰ ਹੈ। ਇਹ ਸਾਡਾ ਹੈਡਕੁਆਟਰ ਆ ਤੇ ਅਸੀਂ ਹੈਡਕੁਆਟਰ ਤੇ ਪਹੁੰਚੇ ਆ। ਹੈਡਕੁਆਟਰ ਤੇ ਆ ਕੇ ਗੁਰੂ ਸਾਹਿਬ ਦੇ ਚਰਨਾਂ 'ਚ ਮੱਥਾ ਟੇਕਿਆ, ਸੰਗਤਾਂ ਨੇ ਸਵਾਗਤ ਕੀਤਾ, ਸਨਮਾਨ ਕੀਤਾ, ਤੇ ਅਸੀਂ ਹੈਡਕੁਆਟਰ ਤੇ ਪਹੁੰਚੇ ਹੋਏ ਆ। ਸਭ ਦਾ ਬਹੁਤ ਬਹੁਤ ਧੰਨਵਾਦ। ਮੀਡੀਆ ਵਾਲੇ ਵੀਰਾਂ ਦਾ ਵਿਸ਼ੇਸ਼ ਕਰਕੇ ਧੰਨਵਾਦ।
ਲੈਟਰ ਭੇਜਿਆ ਡੀਸੀ ਨੂੰ ਵੀ ਤੇ ਫਿਰ ਇਦਾਂ ਦੇ ਲੈਟਰ ਬਹੁਤ ਪਹਿਲਾਂ ਜਾਰੀ ਹੁੰਦੇ ਰਹੇ 6 ਸਾਲਾਂ ਦੇ ਵਿੱਚ ਜੀ, ਜਦੋਂ ਝਿੰਡਾ ਸਾਹਿਬ ਪ੍ਰਧਾਨ ਸੀਗੇ ਇਦਾਂ ਦੇ ਲੈਟਰ ਜਾਰੀ ਹੁੰਦੇ ਰਹੇ ਆ। ਸਰਕਾਰ ਨੇ ਕੀ, ਸਰਕਾਰ ਕੱਲ ਕਿਸ ਦੇ ਨਾਲ ਸੀ, ਅੱਜ ਕਿਸ ਦੇ ਨਾਲ ਆ, ਸੰਗਤਾਂ ਕਿਸ ਦੇ ਨਾਲ ਆ, ਇਹ ਸਾਰਾ ਕੁਝ ਸੰਗਤਾਂ ਦਾ ਫੈਸਲਾ ਵਾ, ਗੁਰੂ ਦਾ ਫੈਸਲਾ ਵਾ। ਲਿਸਟ ਤਾਂ ਮੈਂ ਇੱਥੇ 50 ਦੀ ਜਾਰੀ ਕਰ ਦਿੰਦਾ, ਲਿਸਟਾਂ ਜਾ ਰਹੀਆਂ ਵੀ ਜਾਲੀ ਸਾਈਨ ਕੀਤੇ ਹੋਏ, ਇਹੋ ਜਿਹੀਆਂ ਗੱਲਾਂ ਜਿਹੜੀਆਂ ਮੈਂ ਕਰਨੀਆਂ ਨਹੀਂ ਚਾਹੁੰਦਾ ਕਿ ਬਹੁਤ ਸਾਰੇ ਮੈਂਬਰਾਂ ਦੇ ਮੈਨੂੰ ਫੋਨ ਆਇਆ ਜਾਲੀ ਸਾਈਨ ਕੀਤੇ ਹੋਏ ਆ, ਠੀਕ ਹੈ ਨਾ। ਇਸ ਕਾਰਨ ਕਰਕੇ ਮੈਂ ਇਹੋ ਜਿਹੀਆਂ ਗੱਲਾਂ ਨਹੀਂ ਕਰਨੀਆਂ ਚਾਹੁੰਦਾ। ਇਸ ਕਾਰਨ ਕਰਕੇ ਮੇਰੀ ਬੇਨਤੀ ਹੈ ਕਿ ਇਹ ਸੇਵਾ ਦਾ ਮੌਕਾ ਵਾ ਤੇ ਸੇਵਾ ਸੰਭਾਲ ਕਰੀਏ। ਜਿਹੜੀ ਉਹਨਾਂ ਨੇ ਸੇਵਾ ਕਰਦੀ ਜਦੋਂ ਉਹਨਾਂ ਦਾ ਪ੍ਰਧਾਨਗੀ ਕਾਲ ਸੀ, ਅਸੀਂ ਸਵਾਗਤ ਕਰਦੇ ਹਾਂ, ਧੰਨਵਾਦ ਆ। ਜਦੋਂ ਸਾਨੂੰ ਸੇਵਾ ਦਿੱਤੀ ਅਸੀਂ ਸੇਵਾ ਸੰਭਾਲ ਕਰ ਰਹੇ ਹਾਂ, ਸਹਿਯੋਗ ਦੇਣ। ਇਹ ਕੋਈ ਈਗੋ ਦਾ ਮਸਲਾ ਨਹੀਂ, ਕੋਈ ਲੜਾਈ ਦਾ ਮਸਲਾ ਨਹੀਂ, ਸੇਵਾ ਦਾ ਮਸਲਾ। ਸੁਪਰੀਮ ਕੋਰਟ ਨੇ ਜਿਹੜਾ ਫੈਸਲਾ ਹੁਣ ਦਿੱਤਾ ਹੈ ਉਹਦੇ ਵਿੱਚ 2014 ਦਾ ਕਮੇਟੀ ਬਹਾਲ ਕੀਤੀ ਹੈ। ਜਿਹੜੀ ਪਟੀਸ਼ਨ ਪਾਈ ਸੀਗੀ ਉਹ ਪਟੀਸ਼ਨ ਨੂੰ ਰੱਦ ਕਰ ਦਿੱਤਾ ਵਾ। ਹਾਂਜੀ, ਹੁਣ ਇਹ ਜਿਹੜੀ ਕਮੇਟੀ ਉਸ ਵੇਲੇ ਬਣੀ ਸੀ, ਐਡਹੌਕ ਕਮੇਟੀ 18 ਮੰਥ ਵਾਸਤੇ ਬਣੀ ਸੀਗੀ, ਪਰ ਲਗਾਤਾਰ ਉਹੀ ਕੰਮ ਕਰਦੀ ਆ ਰਹੀ ਹੈ। ਫਿਰ ਹਰਿਆਣਾ ਸਰਕਾਰ ਦੇ ਪਾਲੇ 'ਚ ਆ ਕਿ ਉਹਨਾਂ ਨੇ ਇਹੀ ਕੰਟੀਨਿਊ ਚਲਾਉਣੀ ਹੈ ਕਿ ਜਾਂ ਉਹਨਾਂ ਨੇ ਨਵੀਂ ਬਣਾਉਣੀ ਹੈ। ਇਹ ਹਰਿਆਣਾ ਸਰਕਾਰ ਦਾ ਅਧਿਕਾਰ ਖੇਤਰ ਹੈ, ਸਾਡਾ ਹਰਿਆਣਾ ਕਮੇਟੀ ਦਾ ਨਹੀਂ ਹੈ। ਹਰਿਆਣਾ ਸਰਕਾਰ ਨੇ ਇਹੀ ਕਮੇਟੀ ਨੂੰ ਕੰਟੀਨਿਊ ਕਰਨਾ ਕਿ ਜਾਂ ਉਹਨਾਂ ਨੇ ਇਹਨੂੰ ਜਿਹੜਾ ਨਵਾਂ ਨੋਟੀਫਿਕੇਸ਼ਨ ਜਾਰੀ ਕਰਕੇ ਨਵੀਂ ਕਮੇਟੀ ਬਣਾਉਣੀ ਹੈ। ਇਹ ਹਰਿਆਣਾ ਸਰਕਾਰ ਦਾ ਅਧਿਕਾਰ ਖੇਤਰ ਆ। ਉਹਨਾਂ ਨੇ ਜੁਡੀਸ਼ੀਅਲ ਕਮਿਸ਼ਨ ਬਣਾਉਣਾ, ਉਹਨਾਂ ਨੇ ਚੋਣ ਕਮਿਸ਼ਨ ਬਣਾਉਣਾ, ਉਹਨਾਂ ਨੇ ਵਾਰਡਬੰਦੀ ਕਰਾਉਣੀ ਹੈ, ਉਹਨਾਂ ਨੇ ਇਲੈਕਸ਼ਨ ਕਰਾਉਣੀ ਹੈ। ਅਸੀਂ ਜਿਹੜਾ ਹੈਗਾ ਅਪੀਲ ਇਹੀ ਕਰਦੇ ਹਾਂ ਕਿ ਸਾਰੇ ਜਿਹੜੇ ਹੈਗੇ ਆ, ਜੋ ਸਰਕਾਰ ਦੇ ਕੰਮ ਆ ਉਹ ਸਰਕਾਰ ਨੂੰ ਕਰਨ ਦਿਓ। ਸਰਕਾਰ ਦੇ ਕੰਮ ਅਸੀਂ ਆਪਣੇ ਹੱਥਾਂ 'ਚ ਨਹੀਂ ਲੈ ਸਕਦੇ। ਸਰਕਾਰ ਆ ਕਿ ਕਿਹਨੇ ਕੀ ਕੰਮ ਕੀਤਾ ਜਾਂ ਕੌਣ ਕੀ ਕਰ ਰਿਹਾ, ਸੰਗਤਾਂ ਨੂੰ ਪਤਾ ਵਾ ਕਿ ਕਿਹਨੇ ਕੀ ਕੀਤਾ ਤੇ ਕੌਣ ਕੀ ਕਰ ਰਿਹਾ। ਮੈਨੂੰ ਤਾਂ ਇਸੇ ਗੱਲ ਦੀ ਖੁਸ਼ੀ ਆ ਕਿ ਮੈਂ ਹਰਿਆਣੇ ਦੇ ਸਿੱਖਾਂ ਦੀ ਲੜਾਈ ਲੜੀ ਤੇ ਅੱਜ ਦਿਨ ਰਾਤ ਮਿਹਨਤ ਕਰਕੇ ਮੈਂ ਕਦੇ ਦਿਨ ਨਹੀਂ ਦੇਖਿਆ, ਰਾਤ ਨਹੀਂ ਦੇਖੀ, ਕਦੇ ਚੰਡੀਗੜ੍ਹ, ਕਦੇ ਦਿੱਲੀ, ਵਕੀਲਾਂ ਨਾਲ ਮੁਲਾਕਾਤ, ਅਫਸਰਾਂ ਨਾਲ ਮੁਲਾਕਾਤ, ਸਰਕਾਰ ਨਾਲ, ਮੰਤਰੀਆਂ ਸੰਤਰੀਆਂ ਨਾਲ ਮੁਲਾਕਾਤ, ਸਭ ਨੂੰ ਆਪਣਾ ਪੱਖ ਰੱਖਿਆ, ਆਪਣਾ ਪੱਖ ਪੇਸ਼ ਕੀਤਾ ਤੇ ਅਸੀਂ ਉਹਦੇ 'ਚ ਸਫਲ ਹੋਏ ਹਾਂ ਕਿ ਅਸੀਂ ਏਡੇ ਵਧੀਆ ਤਰੀਕੇ ਨਾਲ ਫਾਈਟ ਦਿੱਤੀ ਹੈ ਕਿ ਅੱਜ ਮਾਨਯੋਗ ਸੁਤਨ ਕੀਤਾ ਜਾ ਰਿਹਾ ਉਹਦੇ ਖਿਲਾਫ ਲੜੀ। ਆਪੋ ਆਪਣੇ ਧਰਮ 'ਚ ਪਰਪੱਕ ਹੋ ਕੇ ਦੂਜੇ ਧਰਮਾਂ, ਧਰਮ ਸਥਾਨਾਂ ਤੇ ਧਰਮ ਗ੍ਰੰਥਾਂ ਦਾ ਸਤਿਕਾਰ ਕਰੀਏ। ਚੰਗਾ ਸਮਾਜ ਜਿਹੜਾ ਸਿਰ ਸਕੀਏ, ਜਿੱਥੇ ਅਸੀਂ ਰਹਿੰਦੇ ਆ ਉਹ ਦੇਸ਼ ਕੌਮ ਧਰਮ ਦੀ ਸੇਵਾ ਚੜ੍ਹਦੀ ਕਲਾ ਦੇ ਨਾਲ ਆਪਾਂ ਕਰੀਏ। ਮੈਂ ਇਹੀ ਸਾਰਿਆਂ ਨੂੰ ਅਪੀਲ ਕਰਦਾ। ਤੁਹਾਨੂੰ ਕਿਹੜੇ ਮੈਂਬਰ ਆਏ ਨੇ ਇਸ ਵੇਲੇ ਸਾਰੇ ਮੈਂਬਰ ਆ ਰਹੇ ਨੇ। ਕੱਲ ਮੇਰੇ ਨਾਲ 10-15 ਮੈਂਬਰ ਸੀਗੇ। ਕੱਲ ਜਿਹੜੇ ਅੱਜ ਮੈਂ ਕਿਸੇ ਨੂੰ ਨਹੀਂ ਕਿਹਾ ਇੱਥੇ ਆਉਣ ਵਾਸਤੇ, ਫਿਰ ਵੀ ਮੈਡਮ ਬੀਬੀ ਬਲਜਿੰਦਰ ਕੌਰ ਖਾਲਸਾ ਬੈਠੇ ਨੇ, ਮੀਤ ਪ੍ਰਧਾਨ ਸਰਦਾਰ ਸਵੰਤ ਸਿੰਘ ਰਤੀਆ ਔਰ ਸਾਡੇ ਸਕੱਤਰ ਸਰਬਜੀਤ ਸਿੰਘ ਜੀ ਇੱਥੇ ਪਹੁੰਚੇ ਨੇ। ਹੁਣ ਕੱਲ ਦਾ ਸੱਦਾ ਦਿੱਤਾ ਜਿਹੜੇ ਪੁੱਛ ਸਕਦੇ, ਅਮੀਤ ਪ੍ਰਧਾਨ ਨੇ। ਹਾਂਜੀ, ਸਾਰਿਆਂ ਨੂੰ ਕੱਲ ਵਾਸਤੇ ਸੱਦਾ ਦਿੱਤਾ ਵੀ ਜਿਹੜੇ ਵੀ ਮੈਂਬਰ ਸਾਹਿਬਾਨ, ਕਿਸੇ ਤੇ ਪਾਬੰਦੀ ਨਹੀਂ, ਜਿਹੜੇ ਪਹੁੰਚ ਸਕਦੇ ਆ ਉਹ ਪੁੱਜਣ, ਕਿਉਂਕਿ ਇੱਥੇ ਆਪਾਂ ਜਿਹੜਾ ਸੇਵਾ ਸੰਭਾਲ ਦਾ ਕੰਮ ਆ ਉਹ ਸਾਰੀ ਗੱਲਬਾਤ ਦਾ ਕੰਮ ਜਿਹੜਾ ਆਪਾਂ ਨੇ ਉਹ ਅੱਗੇ। ਤੁਸੀਂ ਕੱਲ ਆਓਗੇ ਫਿਰ? ਮੈਂ ਇੱਥੇ ਹੀ ਆ ਜੀ। ਅੱਛਾ ਜੀ, ਮੈਂ ਇੱਥੇ ਹੀ ਆ ਤੁਹਾਡੇ ਚਰਨਾਂ 'ਚ। ਜਦੋਂ ਇੱਧਰ 10 ਕਿਲੋਮੀਟਰ ਇੱਧਰ ਉੱਧਰ ਗਿਆ ਵੀ ਤਾਂ ਇੱਥੇ ਹੀ ਆ। ਦੱਸ ਦਈਏ ਕਿ ਸੁਪਰੀਮ ਕੋਰਟ ਦੇ ਵੱਲੋਂ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹੱਕ ਵਿੱਚ ਦਿੱਤੇ ਗਏ ਫੈਸਲੇ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਲਈ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ। ਦੱਸਣਯੋਗ ਹੈ ਕਿ ਹਰਿਆਣਾ ਦੇ ਸਾਰੇ ਗੁਰਦੁਆਰਾ ਤੇ ਲੰਬੇ ਸਮੇਂ ਤੋਂ ਸ਼੍ਰੋਮਣੀ ਅਕਾਲੀ ਦਲ ਦਾ ਕਬਜ਼ਾ ਚੱਲ ਰਿਹਾ ਸੀ, ਜੋ ਕਿ ਹੁਣ ਹਟਾ ਦਿੱਤਾ ਗਿਆ ਹੈ। ਬਿਊਰੋ ਰਿਪੋਰਟ D5 ਚੈਨਲ ਪੰਜਾਬੀ। ਕੀ ਹੁੰਦੀ ਹੈ ਜਮਾਬੰਦੀ, ਕਿਵੇਂ ਬਣਦੀ ਹੈ ਵਸੀਅਤ, ਜ਼ਮੀਨ ਜਾਇਦਾਦ ਦੇ ਹਰ ਮਸਲੇ ਤੇ ਕਰਾਂਗੇ ਚਰਚਾ। ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ naibtehsildar.com। D5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ ਤੇ ਕਲਿੱਕ ਕਰੋ।